ਵਾਹਿਗੁਰੂ ਸਿਮਰਨ। ਇਸ ਵੀਡੀਓ ਨੂੰ ਧਿਆਨ ਦੀ ਅਵਸਥਾ ਵਿੱਚ ਸੁਣੋ। ਬਹੁਤ ਸਾਰੇ ਪ੍ਰਸ਼ਨ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦਾ ਉੱਤਰ ਸਿਰਫ ਸਿਮਰਨ ਵਿੱਚ ਹੈ। ਏਕ ਨੂਰ ਤੇ ਸਭ ਜਗ ਉਪਜਿਆ, ਸਾਰਾ ਸੰਸਾਰ, ਇਹ ਸਾਰੀ ਕੁਦਰਤ, ਇਹ ਸਾਰਾ ਬ੍ਰਹਮੰਡ ਇੱਕ ਜੋਤ ਤੋਂ ਪੈਦਾ ਹੋਇਆ। ਅਸੀਂ ਕਹਿ ਸਕਦੇ ਹਾਂ ਕਿ ਸਭ ਕੁਝ ਵਾਹਿਗੁਰੂ ਹੈ। ਮੇਰੇ, ਤੁਹਾਡੇ, ਜੀਵ ਜੰਤੂਆਂ ਦੇ, ਪੇੜ ਪੌਦਿਆਂ ਵਿੱਚ ਕੋਈ ਅੰਤਰ ਨਹੀਂ। ਸਾਰਿਆਂ ਦੇ ਅੰਦਰ ਇੱਕ ਜੋਤ ਵਿਰਾਜਮਾਨ ਹੈ। ਪਰ ਮਨੁੱਖ ਸੋਚਦਾ ਹੈ ਕਿ ਇਹ ਸਰੀਰ ਹੀ ਸਭ ਕੁਝ ਹੈ। ਲੋਕ ਪੈਸੇ ਦਾ ਹੰਕਾਰ ਕਰਦੇ ਹਨ ਜਾਂ ਪਹਿਲਵਾਨ ਤਾਕਤ ਦਾ ਮਾਣ ਕਰਦੇ ਹਨ। ਪਰ ਇਸ ਸੰਸਾਰ ਵਿੱਚ ਕੁਝ ਵੀ ਥਿਰ ਨਹੀਂ ਹੈ। ਜੋ ਹੈ ਕੱਲ ਨੂੰ ਨਹੀਂ ਹੋਵੇਗਾ। ਇਸ ਲਈ ਹਉਮੈ ਦੂਰ ਕਰਨੀ ਚਾਹੀਦੀ ਹੈ ਅਤੇ ਇਹ ਸਭ ਸਿਮਰਨ ਨਾਲ ਸੰਭਵ ਹੈ। ਵਾਹਿਗੁਰੂ ਦਾ ਨਾਮ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ। ਤੇ ਬਿਮਾਰੀਆਂ ਤੋਂ ਭਾਵ ਸਰੀਰਕ ਰੋਗਾਂ ਨਾਲ ਨਹੀਂ, ਬਲਕਿ ਮਾਨਸਿਕ ਵਿਕਾਰਾਂ ਨਾਲ ਹੈ, ਜੋ ਸੰਸਾਰ ਦੀਆਂ ਇੱਛਾਵਾਂ ਤੋਂ ਪੈਦਾ ਹੁੰਦੇ ਹਨ। ਵਿਗਿਆਨ ਨੇ ਕਿੰਨਾ ਕੁਝ ਬਣਾਇਆ ਹੈ, ਪਰ ਉਸ ਤੇ ਬਣਾਇਆ ਹੈ ਘੱਟ ਹੈ ਅਤੇ ਖੋਜਾਂ ਕੀਤੀਆਂ ਹਨ ਜ਼ਿਆਦਾ। ਇਹ ਚੰਨ, ਤਾਰੇ, ਇਹ ਸਾਰਾ ਖਲਾ ਕਿਵੇਂ ਬਣਿਆ? ਜਿੱਥੇ ਵਿਗਿਆਨਕ ਸੋਚ ਖਤਮ ਹੁੰਦੀ ਹੈ, ਉਥੋਂ ਵਾਹਿਗੁਰੂ ਸ਼ੁਰੂ ਹੁੰਦਾ ਹੈ। ਪਰ ਸਭ ਕੁਝ ਬਣਦਾ ਕਿੱਥੋਂ ਹੈ? ਕਿਸੇ ਵਸਤੂ ਦੇ ਪੈਦਾ ਹੋਣ ਤੋਂ ਪਹਿਲਾਂ ਕੋਈ ਵਿਚਾਰ ਆਉਂਦਾ ਹੈ। ਪਹਿਲਾ ਮਨੁੱਖ ਜੰਗਲ ਵਿੱਚ ਰਹਿੰਦਾ ਸੀ, ਗੁਫਾਵਾਂ ਵਿੱਚ, ਪੱਤਿਆਂ ਨਾਲ ਆਪਣੇ ਆਪ ਨੂੰ ਢੱਕਦਾ, ਜੋ ਕੁਝ ਮਿਲ ਜਾਂਦਾ ਖਾ ਲੈਂਦਾ। ਪਰ ਹੌਲੀ-ਹੌਲੀ ਉਸਨੇ ਅੱਗ ਦੀ ਖੋਜ ਕੀਤੀ। ਮਨੁੱਖ ਦੇ ਮਨ ਵਿੱਚ ਅੱਗ ਦੇ ਬਾਰੇ ਵਿੱਚ ਕੋਈ ਗੱਲ ਨਹੀਂ ਸੀ ਅਤੇ ਨਾ ਹੀ ਉਸਨੇ ਕਦੇ ਇਸ ਨੂੰ ਵੇਖਿਆ ਸੀ। ਇਹ ਪਹਿਲੇ ਮਨੁੱਖ ਨੂੰ ਵੀ ਪਤਾ ਨਹੀਂ ਹੋਣਾ ਕਿ ਕਿਵੇਂ ਉਸਨੇ ਪਹਿਲੀ ਵਾਰ ਅੱਗ ਨੂੰ ਬਣਾਇਆ, ਅੱਗ ਨੂੰ ਤਿਆਰ ਕੀਤਾ, ਖੋਜ ਕੀਤੀ। ਇਹ ਵਿਚਾਰ ਮਨੁੱਖ ਦੇ ਅੰਦਰੋਂ ਆਉਂਦੇ ਹਨ। ਉਸਨੇ ਕਦੇ ਉਸ ਅੰਦਰ ਬੈਠੇ ਹੋਏ ਮਹਾਨ ਵਿਗਿਆਨਕ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਇਸ ਸ਼ਕਤੀ ਪ੍ਰਤੀ ਅਣਜਾਣ ਹੈ, ਪਰ ਉਹ ਅਣਜਾਣ ਨਹੀਂ, ਉਹ ਅਹੰਕਾਰੀ ਬਣ ਗਿਆ। ਜਿਹੜਾ ਵਿਅਕਤੀ ਜਿਸ ਪਾਸੇ ਧਿਆਨ ਲਗਾਉਂਦਾ ਹੈ, ਵਾਹਿਗੁਰੂ ਉਸ ਨੂੰ ਉਸ ਤਰ੍ਹਾਂ ਦੇ ਵਿਚਾਰ ਦਿੰਦਾ ਹੈ। ਕੋਈ ਇੰਜੀਨੀਅਰ ਹੈ, ਉਸ ਨੂੰ ਉਸ ਤਰ੍ਹਾਂ ਦੇ ਵਿਚਾਰ ਆਉਣਗੇ, ਨਵੀਂ ਤਕਨੀਕ ਦੀ ਖੋਜ ਕਰਨ ਲਈ। ਜੇ ਕੋਈ ਵਿਗਿਆਨਕ ਹੈ, ਉਸ ਨੂੰ ਵੀ ਗਿਆਨ ਦੀ ਖੋਜ ਲਈ। ਜੰਗਲ ਵਿੱਚ ਰਹਿੰਦੇ ਹੋਏ ਕਿਸੇ ਮਨੁੱਖ ਨੂੰ ਅੰਦਰ ਵਾਲੀ ਸ਼ਕਤੀ ਦਾ ਅਹਿਸਾਸ ਹੋਇਆ ਹੋਵੇਗਾ ਅਤੇ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਲੱਗੀਆਂ ਇਹ ਸਮਝਣ ਲਈ ਕਿ ਵਾਹਿਗੁਰੂ ਨੂੰ ਪ੍ਰਾਪਤ ਕਰਨ ਦਾ ਰਾਸਤਾ ਉਸ ਦੇ ਅੰਦਰ ਹੀ ਹੈ। ਤੇ ਫਿਰ ਇਹ ਕਿ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰਨਾ, ਪਰਮਾਤਮਾ ਨੂੰ ਜਾਣਨਾ ਹੈ, ਪਰਮਾਤਮਾ ਹੋਣਾ ਹੈ। ਪਰ ਸੰਸਾਰਾ ਦੋ ਹਿੱਸਿਆਂ ਵਿੱਚ ਵੰਡ ਗਿਆ, ਅਹੰਕਾਰੀ ਮਨੁੱਖ ਅਤੇ ਉਹ ਮਨੁੱਖ ਜੋ ਵਾਹਿਗੁਰੂ ਨੂੰ ਮਹਿਸੂਸ ਕਰਦੇ ਸਨ। पांच तत् को तन रचियो, जान हो चतुर सुजान, जेते उपजियो नानका, लीनता है मेहमान। ਅੱਗ ਅਤੇ ਪਾਣੀ ਕਦੇ ਵੀ ਇਕੱਠੇ ਨਹੀਂ ਰਹਿ ਸਕਦੇ, ਪਰ ਮਨੁੱਖ ਪੰਜ ਤੱਤਾਂ ਦਾ ਬਣਿਆ ਹੋਇਆ ਹੈ: ਪੌਣ, ਪਾਣੀ, ਅੱਗ, ਧਰਤੀ ਤੇ ਆਕਾਸ਼। ਪਰਮਾਤਮਾ ਦੀ ਮਾਇਆ ਦੇਖ ਲਓ। ਇੱਕ ਦੂਜੇ ਦੀਆਂ ਵਿਰੋਧੀ ਸ਼ਕਤੀਆਂ ਨੂੰ ਮਿਲਾ ਕੇ ਮਨੁੱਖ ਦੀ ਰਚਨਾ ਕੀਤੀ ਹੈ। ਅਤੇ ਜਦੋਂ ਪਰਮਾਤਮਾ ਦੀ ਜੋਤ ਮਨੁੱਖ ਦੇ ਅੰਦਰੋਂ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ, ਤਾਂ ਸਰੀਰ ਦੁਬਾਰਾ ਫਿਰ ਤੱਤਾਂ ਵਿੱਚ ਮਿਲ ਜਾਂਦਾ ਹੈ। ਪਰ ਮਨੁੱਖ ਫਿਰ ਆਪਣੇ ਆਪ ਨੂੰ ਚਤੁਰ ਕਹਾਉਂਦਾ ਹੈ ਅਤੇ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ। ਸਵਾਸ ਆਉਂਦੇ ਜਾਂਦੇ ਹਨ, ਪਰ ਮਨੁੱਖ ਨੇ ਕਦੇ ਨਹੀਂ ਸੋਚਿਆ ਕਿ ਇਹ ਸਵਾਸ ਲੈਂਦਾ ਕੌਣ ਹੈ। ਜੇ ਅਸੀਂ ਮੰਨੀਏ ਕਿ ਸਰੀਰ ਸਵਾਸ ਲੈਂਦਾ ਹੈ, ਤਾਂ ਫਿਰ ਜਦੋਂ ਆਦਮੀ ਮਰ ਜਾਂਦਾ ਹੈ ਤਾਂ ਸਰੀਰ ਤਾਂ ਉੱਥੇ ਹੀ ਹੁੰਦਾ ਹੈ, ਪਰ ਸਰੀਰ ਦੇ ਵਿੱਚੋਂ ਕੌਣ ਚਲਿਆ ਗਿਆ ਜਿਸ ਕਰਕੇ ਸਵਾਸ ਬੰਦ ਹੋ ਗਏ। ਮਨੁੱਖ ਸੋਚਦਾ ਹੈ ਸਰੀਰ ਤਾਂ ਪੂਰੀ ਤਰ੍ਹਾਂ ਬੰਦ ਹੈ। ਫਿਰ ਇਹ ਨਵੀਂ ਸੋਚ ਦਿਮਾਗ ਵਿੱਚ ਕਿੱਥੋਂ ਆਉਂਦੀ ਹੈ? ਵਿਗਿਆਨਿਕ ਬ੍ਰਹਮੰਡ ਵਿੱਚ ਵੱਡੇ ਰਾਕਟ ਭੇਜ ਕੇ ਕਰੋੜਾਂ ਰੁਪਏ ਖਰਚ ਕਰਕੇ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਦਿਮਾਗ ਨੂੰ ਹੀ ਪੂਰੀ ਤਰ੍ਹਾਂ ਨਹੀਂ ਸਮਝ ਸਕੇ। ਸਿਮਰਨ ਨਾਲ ਹੀ ਸੱਚ ਸਾਹਮਣੇ ਆਉਂਦਾ ਹੈ। ਇਹ ਸੰਸਾਰ ਸਿਰਫ ਇੱਕ ਸੁਪਨਾ ਹੈ। ਤਰਕਸ਼ੀਲ ਮਨੁੱਖ ਸੋਚਦਾ ਹੈ ਕਿ ਇਹ ਸਭ ਸੁਪਨਾ ਕਿਵੇਂ? ਮੈਂ ਤਾਂ ਇਸ ਨੂੰ ਮਹਿਸੂਸ ਕਰ ਸਕਦਾ, ਛੂ ਸਕਦਾ, ਚੁੱਕ ਸਕਦਾ। ਪਰ ਕਦੇ ਸੋਚਿਆ
ਜਦੋਂ ਸਰੀਰ ਸੌ ਰਿਹਾ ਹੁੰਦਾ ਹੈ, ਸੁਪਨੇ ਵਿੱਚ ਸੰਸਾਰ ਕਿਵੇਂ ਬਣ ਜਾਂਦਾ ਹੈ। ਇਸ ਮਨ ਨੇ ਸਾਨੂੰ ਭ੍ਰਮਿਤ ਕੀਤਾ ਹੋਇਆ ਹੈ। ਸੌਦੇ ਵੇਲੇ ਅੱਖਾਂ ਬੰਦ ਹੁੰਦੀਆਂ ਹਨ, ਪਰ ਫਿਰ ਵੀ ਸੁਪਨਾ ਚੱਲ ਰਿਹਾ ਹੁੰਦਾ ਹੈ। ਸੁਪਨੇ ਨੂੰ ਕੌਣ ਦੇਖ ਰਿਹਾ? ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਸ਼ਨ ਹਨ। ਜਦੋਂ ਤੱਕ ਸਿਮਰਨ ਦੇ ਰਾਹੀਂ ਅਸੀਂ ਵਾਹਿਗੁਰੂ ਦੇ ਨਾਲ ਨਹੀਂ ਮਿਲਦੇ, ਤਦ ਤੱਕ ਸਾਨੂੰ ਇਹਨਾਂ ਦਾ ਉੱਤਰ ਨਹੀਂ ਮਿਲ ਸਕਦਾ। ਜਿਹ ਮਾਇਆ ਮਮਤਾ ਤਜੀ, ਸਭ ਤੇ ਪਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ, ਤੇਹ ਘਟ ਬ੍ਰਹਮ ਨਿਵਾਸ। ਮਨੁੱਖ ਮਾਇਆ ਮਹਿ ਵਿੱਚ ਉਲਝਿਆ ਹੈ। ਉਹ ਮਨੁੱਖ ਮੋਹ ਵਿੱਚ ਫਸਿਆ ਹੈ, ਇੱਛਾਵਾਂ ਕਰਦਾ ਹੈ। ਬ੍ਰਹਮ ਗਿਆਨੀਆਂ ਦੇ ਅਨੁਸਾਰ ਇਹ ਇੱਛਾਵਾਂ ਜਾਂ ਕਾਮਨਾਵਾਂ ਪੈਦਾ ਹੁੰਦੀਆਂ ਰਹਿੰਦੀਆਂ। ਵਾਹਿਗੁਰੂ ਨੇ ਮਨੁੱਖ ਦੇ ਮਨ ਨੂੰ ਇਸ ਤਰ੍ਹਾਂ ਦਾ ਹੀ ਬਣਾਇਆ ਹੈ। ਇੱਛਾਵਾਂ ਕਰਨੀਆਂ ਗਲਤ ਗੱਲ ਨਹੀਂ, ਇੱਛਾ ਪੈਦਾ ਹੋ। ਜਦੋਂ ਇੱਛਾ ਪੂਰੀ ਹੋ ਗਈ, ਇਸ ਦਾ ਅਰਥ ਹੈ ਇਹ ਵਾਹਿਗੁਰੂ ਦੀ ਰਜ਼ਾ ਸੀ। ਪਰ ਕਈ ਵਾਰ ਮਨੁੱਖ ਜਦੋਂ ਇੱਛਾ ਪੂਰੀ ਨਹੀਂ ਹੁੰਦੀ ਤਾਂ ਮਾਤਮ ਮਨਾਉਣ ਲੱਗ ਜਾਂਦੇ, ਵਾਹਿਗੁਰੂ ਨੂੰ ਦੋਸ਼ ਦੇਣ ਲੱਗਦੇ। ਇਹ ਗਲਤ ਗੱਲ ਹੈ। ਉਹ ਕਹਿੰਦੇ ਹਨ, ਸੰਸਾਰ ਵਿੱਚ ਰਹਿੰਦੇ ਹੋਏ ਇੱਕ ਨਾਟਕ ਦੀ ਤਰ੍ਹਾਂ, ਇੱਕ ਡਰਾਮੇ ਦੀ ਤਰ੍ਹਾਂ ਆਪਣੇ ਕਿਰਦਾਰ ਨੂੰ ਨਿਭਾਓ, ਪਰ ਆਪਣਾ ਧਿਆਨ ਵਾਹਿਗੁਰੂ ਵੱਲ ਰੱਖੋ, ਕਿਉਂਕਿ ਸਾਡਾ ਆਖਰੀ ਸੱਚ ਉਹੀ ਹੈ। ਅਸੀਂ ਆਪਣੀ ਕੋਸ਼ਿਸ਼ ਕਰਦੇ ਹਾਂ, ਪਰ ਨਤੀਜਾ ਸਾਡੇ ਹੱਥ ਵਿੱਚ ਨਹੀਂ। ਹਰ ਵਿਅਕਤੀ ਦੀ ਯਾਤਰਾ ਉਸ ਦੇ ਕਰਮਾਂ ਦੇ ਅਨੁਸਾਰ ਹੈ। ਇਸ ਲਈ ਸੁੱਖ ਦੁੱਖ ਇੱਕ ਖੇਡ ਹੈ, ਇਸ ਵਿੱਚ ਉਲਝਣ ਦੀ ਲੋੜ ਨਹੀਂ। ਵਾਹਿਗੁਰੂ ਸਿਮਰਨ ਕਰਦੇ ਰਹੋ। सुख में बहु संगी भय, दुख में संग न कोय। कहो नानक हर पज मना, अंत सहाय होय। ਮਨੁੱਖ ਆਪਣੇ ਰਿਸ਼ਤਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ, ਪਰ ਲੋੜ ਪੈਣ ਤੇ ਦੁੱਖ ਵੇਲੇ ਕੋਈ ਨੇੜੇ ਨਹੀਂ ਆਉਂਦਾ। ਵਾਹਿਗੁਰੂ ਦਾ ਸਿਮਰਨ ਸਾਰੇ ਦੁੱਖਾਂ ਦਾ ਅੰਤ ਹੈ, ਕਿਉਂਕਿ ਸਿਮਰਨ ਕਰਨ ਵਾਲਾ ਇੱਛਾਵਾਂ ਤੋਂ ਮੁਕਤ ਹੋ ਜਾਂਦਾ ਹੈ। ਜਦੋਂ ਕੋਈ ਸੰਕਟ ਆਉਂਦਾ ਹੈ ਤਾਂ ਵਾਹਿਗੁਰੂ ਆਪਣੇ ਪਿਆਰਿਆਂ ਦੇ ਰਾਹੀਂ ਸਾਡੀ ਮਦਦ ਕਰਦਾ ਹੈ। मानुख की टेक, वृत्ति सब जान। देवन को एको भगवान। निज कर देखियो जगत में, को काहू को ना है। नानक थिर हर भगत है, ते राखो मन माहे। ਮਨੁੱਖ ਸੋਚਦਾ ਹੈ ਇਹ ਮੇਰਾ ਸਰੀਰ ਹੈ, ਇਹ ਘਰ ਮੇਰਾ ਹੈ, ਇਹ ਪਰਿਵਾਰ ਮੇਰਾ ਹੈ। सिर कंपियो पग डगमगे, नैन जोत ते हीन। कहो नानक एह बिद भई, तौ न हर रस लीन। ਪਰ ਬਿਲਕੁਲ ਆਖਰੀ ਸਾਹਾਂ ਤੇ ਉਸ ਨੂੰ ਪਤਾ ਲੱਗਦਾ ਹੈ ਕਿ ਸੰਸਾਰ ਵਿੱਚ ਕੁਝ ਵੀ ਉਸ ਦਾ ਨਹੀਂ। ਵਾਹਿਗੁਰੂ ਦਾ ਸਿਮਰਨ ਹੀ ਇੱਕਮਾਤਰ ਉਸ ਦਾ ਸਹਾਰਾ ਹੈ। ਉਸ ਨੇ ਆਪਣੀ ਜਵਾਨੀ ਐਸ਼ੋ ਆਰਾਮ ਵਿੱਚ ਨਸ਼ਟ ਕਰ ਲਈ। ਉਸ ਤੋਂ ਬਾਅਦ ਵਿਆਹ ਹੋਇਆ ਅਤੇ ਕਾਰੋਬਾਰ ਵਿੱਚ ਪੈਸੇ ਕਮਾਉਣ ਵਿੱਚ, ਅਤੇ ਅੰਤ ਵਿੱਚ ਜਦੋਂ ਉਸ ਦੇ ਸਰੀਰ ਵਿੱਚ ਕੋਈ ਵੀ ਤਾਣ ਬਾਕੀ ਨਾ ਰਿਹਾ, ਫਿਰ ਉਸ ਨੂੰ ਵਾਹਿਗੁਰੂ ਦੀ ਯਾਦ ਆਉਂਦੀ ਹੈ। ਵਾਹਿਗੁਰੂ ਦੇ ਸਿਮਰਨ ਨਾਲ ਹੀ ਸਾਨੂੰ ਜਗਤ ਦੇ ਮਿੱਥਿਆ ਹੋਣ ਦਾ ਸੱਚ ਪਤਾ ਲੱਗਦਾ ਹੈ, ਜਿਸ ਨੂੰ ਅਗਿਆਨ ਵਿੱਚ ਅਸੀਂ ਸੱਚ ਮੰਨਦੇ ਹਾਂ। जो उपजियो सो बिंस है, परो आजु कै काल। नानक हर गुण गाय ले, छाड़ सगल जंजाल। ਸੰਸਾਰ ਵਿੱਚ ਕੋਈ ਜਨਮ ਲੈਂਦਾ ਹੈ ਅਤੇ ਕੋਈ ਵਿਦਾਈ ਲੈਂਦਾ ਹੈ, ਪਰ ਕਦੇ-ਕਦੇ ਮਨੁੱਖ ਵਿਦਾ ਹੋਏ ਮਨੁੱਖ ਦੇ ਦੁੱਖ ਦੇ ਬਾਰੇ ਵਿੱਚ ਸਾਰੀ ਜ਼ਿੰਦਗੀ ਸੋਚਦਾ ਰਹਿੰਦਾ ਤੇ ਮਾਤਮ ਮਨਾਉਂਦਾ ਹੈ ਅਤੇ ਆਪਣੇ ਕੀਮਤੀ ਜੀਵਨ ਨੂੰ ਨਸ਼ਟ ਕਰਦਾ ਹੈ। ਵਾਹਿਗੁਰੂ ਨੂੰ ਯਾਦ ਕਰਨ ਦੀ ਬਜਾਏ ਉਹ ਸਿਰਫ ਵਸਤੂਆਂ ਦੀ ਸੋਚ ਵਿੱਚ ਲੱਗਿਆ ਰਹਿੰਦਾ ਹੈ। ਕਾਲ ਦੇ ਵਿੱਚ ਜੋ ਵੀ ਵਸਤੂ ਆਈ ਹੈ ਉਸਨੇ ਜਾਣਾ ਹੈ। ਮਹਾਕਾਲ ਹੀ ਸੱਚ ਹੈ ਜੋ ਕਾਲ ਤੋਂ ਪਰੇ ਹੈ। ਇਸ ਲਈ ਸਾਰੀਆਂ ਗੱਲਾਂ ਤੋਂ ਹਟ ਕੇ ਆਪਣੇ ਧਿਆਨ ਨੂੰ ਵਾਹਿਗੁਰੂ ਦੇ ਸਿਮਰਨ ਵੱਲ ਲਗਾਉਣਾ ਚਾਹੀਦਾ ਹੈ। तीरथ बरत अरुदान कर, मन में थरे गुमान। नानक ने फल जात ते, ज्यों कुंचर स्नान। ਮਨੁੱਖ ਤੀਰਥ ਯਾਤਰਾ ਕਰਦਾ ਹੈ, ਦਾਨ ਪੁੰਨ ਕਰਦਾ ਹੈ, ਪਰ ਇਸ ਸਭ ਦਾ ਹਿਸਾਬ ਰੱਖਦਾ ਹੈ। ਹੁਣ ਉਹ ਸੋਚਦਾ ਹੈ ਮੇਰੇ ਤੋਂ ਵੱਡਾ ਕੋਈ ਮਹਾਤਮਾ ਨਹੀਂ। ਇੱਕ ਸਾਧੂ ਜੰਗਲ ਵਿੱਚ ਕਈ ਵਰਿਆਂ ਦੀ ਤਪੱਸਿਆ ਤੋਂ ਬਾਅਦ ਵਾਪਸ ਜਾ ਰਿਹਾ ਸੀ। ਉਸਨੇ ਇੱਕ ਥਾਂ ਤੇ ਇੱਕ ਚਿੜੀ ਨੂੰ ਵੇਖਿਆ ਅਤੇ ਸੋਚਿਆ ਕਿ ਆਪਣੇ ਤਪੱਸਿਆ ਦਾ ਅਸਰ ਵੇਖਾਂ। ਉਸਨੇ ਚਿੜੀ ਵੱਲ ਵੇਖ ਕੇ ਕਿਹਾ,
चिड़िए मर जाओ। चिड़ी सचमुच निर्जीव हो गई। हुण उसने कहा, चिड़िए जिंदा हो जाओ। चिड़ी सचमुच जिंदा हो गई। ਉਹ ਪਿੰਡ ਵਿੱਚ ਇੱਕ ਘਰ ਦੇ ਬਾਹਰ ਰੋਟੀ ਮੰਗਣ ਲਈ ਖੜਿਆ। ਘਰ ਵਿੱਚ ਔਰਤ ਆਪਣੇ ਪਤੀ ਨੂੰ ਰੋਟੀ ਖਿਲਾ ਰਹੀ ਸੀ। ਸਾਧੂ ਨੂੰ ਵੇਖ ਕੇ ਔਰਤ ਨੇ ਕਿਹਾ, ਮੇਰਾ ਪਤੀ ਬਿਮਾਰ ਹੈ, ਕਿਰਪਾ ਕਰਕੇ ਥੋੜਾ ਇੰਤਜ਼ਾਰ ਕਰੋ। ਮੈਂ ਇਸ ਨੂੰ ਰੋਟੀ ਖਿਲਾ ਕੇ ਦਵਾਈ ਦੇਣ ਤੋਂ ਬਾਅਦ ਤੁਹਾਡੇ ਲਈ ਪ੍ਰਸ਼ਾਦਾ ਤਿਆਰ ਕਰਾਂਗੀ। ਸਾਧੂ ਗੁੱਸੇ ਵਿੱਚ ਬੋਲਿਆ, ਬੇਵਕੂਫ ਔਰਤ, ਤੂੰ ਮੈਨੂੰ ਨਹੀਂ ਜਾਣਦੀ, ਤੂੰ ਮੈਨੂੰ ਇੰਤਜ਼ਾਰ ਕਰਨ ਲਈ ਕਹਿ ਰਹੀ ਹੈ। ਔਰਤ ਨੇ ਹਲੀਮੀ ਨਾਲ ਉੱਤਰ ਦਿੱਤਾ, ਮੈਂ ਤੁਹਾਡੇ ਲਈ ਪ੍ਰਸ਼ਾਦਾ ਬਾਅਦ ਦੇ ਵਿੱਚ ਬਣਾਵਾਂਗੀ, ਤੁਹਾਡੀ ਮਰਜ਼ੀ। ਚਿੜੀ ਦੀ ਤਰ੍ਹਾਂ ਮੇਰੇ ਉੱਤੇ ਵੀ ਆਪਣੀ ਤਪੱਸਿਆ ਦਾ ਪ੍ਰਭਾਵ ਦੇਖ ਲਓ। ਸਾਧੂ ਹੱਕਾ ਬੱਕਾ ਰਹਿ ਗਿਆ। ਉਸ ਨੂੰ ਸਮਝ ਆ ਗਈ ਕਿ ਉਹ ਔਰਤ ਬਿਨਾਂ ਕਿਸੇ ਸਵਾਰਥ ਦੇ ਆਪਣੇ ਪਤੀ ਦੀ ਸੇਵਾ ਕਰਦੀ ਹੈ, ਪਰ ਮੈਂ ਤਪੱਸਿਆ ਕਿਸੇ ਲਾਭ ਲਈ ਕੀਤੀ। ਵਾਹਿਗੁਰੂ ਦਾ ਸਿਮਰਨ ਇੱਛਾ ਰਹਿਤ ਕਰਨਾ ਚਾਹੀਦਾ ਹੈ। ਸੱਚੀ ਭਗਤੀ ਉਹ ਹੈ ਜੋ ਰਿੱਧੀਆਂ ਸਿੱਧੀਆਂ ਦੇ ਚਮਕਦਾਰ ਜਾਲ ਵਿੱਚ ਨਾ ਫਸੇ। ਜਿਹੜਾ ਭਗਤ ਵਾਹਿਗੁਰੂ ਨੂੰ ਵਾਹਿਗੁਰੂ ਲਈ ਹੀ ਯਾਦ ਕਰਦਾ ਹੈ, ਉਹੀ ਅਸਲੀ ਮਿਲਾਪ ਦਾ ਹੱਕਦਾਰ ਬਣਦਾ ਹੈ। जतन बहुत सुख के किए, दुख को कियो न कोय। कहो नानक सुन रे मना, हर भावै सो होए। ਮਨੁੱਖ ਸਾਰੀ ਜ਼ਿੰਦਗੀ ਸੁੱਖਾਂ ਦੀ ਇੱਛਾ ਕਰਦਾ ਹੈ, ਪਰ ਉਸ ਨੂੰ ਦੁੱਖ ਹੀ ਪ੍ਰਾਪਤ ਹੁੰਦੇ ਹਨ। ਜਦੋਂ ਕਿ ਦੁੱਖ ਦੀ ਤਾਂ ਉਸਨੇ ਕਦੀ ਕਾਮਨਾ ਨਹੀਂ ਕੀਤੀ ਸੀ, ਪਰ ਫਿਰ ਵੀ ਉਸ ਨੂੰ ਮਿਲਦੇ ਹਨ। ਗੁਰੂ ਜੀ ਫਰਮਾਉਂਦੇ ਹਨ, ਮਨੁੱਖ ਨੂੰ ਸਮਝਣਾ ਚਾਹੀਦਾ ਹੈ ਕਿ ਇੱਛਾ ਕਰਨ ਦਾ ਕੋਈ ਮਤਲਬ ਨਹੀਂ। ਹਰ ਵਸਤੂ ਸਾਡੀ ਜ਼ਿੰਦਗੀ ਵਿੱਚ ਸਾਡੇ ਕਰਮਾਂ ਦੇ ਅਨੁਸਾਰ ਆਉਂਦੀ ਹੈ, ਜਾਂ ਜੇ ਵਾਹਿਗੁਰੂ ਦੀ ਮਰਜ਼ੀ ਹੁੰਦੀ ਹੈ। ਸਿਮਰਨ ਕਰਦੇ ਹੋਏ ਮਾਇਆ ਤੋਂ ਉਦਾਸੀਨ ਹੋ ਜਾਣ ਲਈ ਲਗਾਤਾਰ ਵਾਹਿਗੁਰੂ ਨੂੰ ਅਰਦਾਸ ਕਰਨੀ ਚਾਹੀਦੀ ਹੈ। ਕਈ ਵਾਰ ਮਨੁੱਖ ਬਹੁਤ ਭਗਤੀ ਵੀ ਕਰਦਾ ਹੈ, ਸਿਮਰਨ ਕਰਦਾ ਹੈ, ਪਰ ਫਿਰ ਵੀ ਉਸ ਦਾ ਧਿਆਨ ਸੰਸਾਰਿਕ ਵਸਤੂ ਵੱਲ ਰਹਿੰਦਾ ਹੈ। ਇੱਕ ਪਿੰਡ ਵਿੱਚ ਗਰੀਬ ਪਤੀ ਪਤਨੀ ਰਹਿੰਦੇ ਸਨ। ਦੋਵੇਂ ਸਵੇਰੇ ਸ਼ਾਮ ਗੁਰਦੁਆਰੇ ਜਾਂਦੇ ਅਤੇ ਸਿਮਰਨ ਕਰਦੇ। ਦੋਵਾਂ ਦੀ ਅਵਸਥਾ ਬਹੁਤ ਉੱਚੀ ਸੀ। ਸਾਰੇ ਪਿੰਡ ਵਾਲੇ ਉਹਨਾਂ ਕੋਲ ਸਲਾਹ ਲੈਣ ਲਈ ਆਉਂਦੇ ਸਨ। ਇੱਕ ਦਿਨ ਪਤੀ ਥੋੜਾ ਜਿਹਾ ਅੱਗੇ ਆ ਰਿਹਾ ਸੀ। ਰਸਤੇ ਵਿੱਚ ਉਸ ਨੂੰ ਇੱਕ ਹੀਰਿਆਂ ਦਾ ਹਾਰ ਜ਼ਮੀਨ ਤੇ ਡਿੱਗਿਆ ਹੋਇਆ ਵੇਖਿਆ। ਉਸਨੇ ਸੋਚਿਆ ਕਿ ਮੇਰੀ ਪਤਨੀ ਦੇ ਮਨ ਵਿੱਚ ਕਿਸੇ ਤਰ੍ਹਾਂ ਦਾ ਲੋਭ ਨਾ ਆ ਜਾਵੇ, ਇਸ ਲਈ ਉਹ ਹਾਰ ਦੇ ਉੱਤੇ ਮਿੱਟੀ ਪਾਉਣ ਲੱਗਿਆ। ਤਦ ਤੱਕ ਉਸ ਦੀ ਪਤਨੀ ਵੀ ਉੱਥੇ ਪਹੁੰਚ ਗਈ। ਉਸ ਦੀ ਪਤਨੀ ਨੇ ਜੋ ਕਿਹਾ ਉਹ ਸੁਣ ਕੇ ਉਸ ਦੇ ਪਤੀ ਦੇ ਹੋਸ਼ ਉੱਡ ਗਏ। ਉਸ ਦੀ ਪਤਨੀ ਨੇ ਕਿਹਾ, ਸਵਾਮੀ, ਤੁਸੀਂ ਮਿੱਟੀ ਉੱਤੇ ਮਿੱਟੀ ਕਿਉਂ ਪਾ ਰਹੇ ਹੋ? ਅੱਧੀ ਨੇ ਪੁੱਛਿਆ, ਤੈਨੂੰ ਕੀ ਨਜ਼ਰ ਆ ਰਿਹਾ ਹੈ? ਮੈਨੂੰ ਤਾਂ ਮਿੱਟੀ ਨਜ਼ਰ ਆ ਰਹੀ ਹੈ, ਪਤਨੀ ਨੇ ਉੱਤਰ ਦਿੱਤਾ। ਇਸ ਦਾ ਅਰਥ ਹੈ ਕਿ ਵਾਹਿਗੁਰੂ ਨੇ ਅਜੇ ਤੱਕ ਮੇਰੇ ਮਨ ਵਿੱਚੋਂ ਲੋਭ ਦਾ, ਸੰਸਾਰ ਦੀ ਮਾਇਆ ਦਾ ਪਰਦਾ ਨਹੀਂ ਹਟਾਇਆ। ਅਤੇ ਇਹ ਕਹਿ ਕੇ ਪਤੀ ਫਿਰ ਤੋਂ ਵਾਹਿਗੁਰੂ ਨੂੰ ਅਰਦਾਸ ਕਰਨ ਲੱਗ ਗਿਆ। ਇਸ ਲਈ ਅਧਿਆਤਮ ਦੇ ਰਸਤੇ ਤੇ ਤੁਰਦੇ ਹੋਏ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਮੰਜ਼ਿਲ ਤੇ ਪਹੁੰਚ ਗਏ।